ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ। ਸਾਡੇ ਲਈ ਤਾਂ ਇਹ ਅਮਰੀਕਾ ਦੇ ਪ੍ਰਧਾਨ ਦੀ ਚੋਣ ਤੋਂ ਵੀ ਮਹੱਤਵ ਹੈ ਪੂਰਨ। ਸਿੱਖ ਧਰਮ ਦੀ ਜਿਹੜੀ ਮਰਿਆਦਾ ਸੀ ਉਸ ਤੋਂ ਬਿਲਕੁਲ ਲਾਂਭੇ ਜਾ ਕੇ ਉਸ ਦੇ ਵਿਪਰੀਤ ਮਹੰਤ ਗੱਲਾਂ ਕਰਦੇ ਸੀ, ਗੁਰੂ ਕੀਆਂ ਗੋਲਕਾਂ ਨੂੰ ਲੁੱਟਦੇ ਸੀ ਔਰ ਗੁਰੂ ਕੀਆਂ ਗੋਲਕਾਂ ਦੇ ਸਿਰ ਤੇ ਅਯਾਸ਼ੀਆਂ ਕਰਦੇ ਸੀ। ਸੁਪਰੀਮ ਤਖਤ ਦੀ ਜਿਹੜੀ ਮਰਿਆਦਾ ਸੀਗੀ ਉਸ ਦੀ ਬੁਲੰਦੀ ਔਰ ਅਜ਼ਮਤ ਜਿਹੜੀ ਸੀ ਉਹਨੂੰ ਸਿਆਸਤ ਦੇ ਅਧੀਨ ਕਰਕੇ ਉਹਨੂੰ ਰੋੜਿਆ ਗਿਆ, ਇਸਤੇਮਾਲ ਕੀਤਾ ਗਿਆ। ਖਾਸ ਕਰਕੇ ਜਦ ਤੋਂ ਸਰ ਜਥੇਦਾਰ ਗੁਰਚਰਨ ਸਿੰਘ ਟੌਹਰਾ ਉਹਨਾਂ ਦਾ ਨਿਧਨ ਹੋਇਆ, ਇਹ ਕਮੇਟੀ ਹਰ ਕਿਸਮ ਦੇ ਦਿਸ਼ਾ ਨਿਰਦੇਸ਼ ਤੋਂ ਵਾਂਝੀ ਹੋ ਗਈ। ਹੁਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹਨਾਂ ਦੇ ਪਰਿਵਾਰ ਹੀ ਸ਼ਬਦ ਤੋਂ ਟੁੱਟ ਚੁੱਕੇ ਨੇ, ਮਰਿਆਦਾ ਤੋਂ ਟੁੱਟ ਚੁੱਕੇ ਨੇ, ਸਿੱਖੀ ਤੋਂ ਟੁੱਟ ਚੁੱਕੇ ਨੇ, ਦਸਤਾਰਾਂ ਉਤਰ ਗਈਆਂ ਨੇ, ਕੇਸ ਗਾਇਬ ਹੋ ਗਏ ਨੇ। ਏਡੀ ਵੱਡੀ ਗਿਲਾਨੀ ਵੀ ਕਦੇ ਆ ਸਕਦੀ ਸੀ, ਕਦੇ ਸੋਚਿਆ ਨਹੀਂ ਸੀ। ਇਹ ਅੱਜ ਦੇ ਜਿਹੜੇ ਮਹੰਤ ਨੇ ਨਰੇਣੂ, ਉਹਨਾਂ ਨੂੰ ਲਾਂਭੇ ਕਰਕੇ ਸ਼੍ਰੋਮਣੀ ਕਮੇਟੀ ਦੀ ਸੇਵਾ ਗੁਰਸਿੱਖਾਂ ਦੇ ਹੱਥ ਜਾਏਗੀ। ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਚੋਣ ਕਮਿਸ਼ਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੁਣ ਚਰਚਾਵਾਂ ਤੇਜ਼ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲਈ ਵੱਖ-ਵੱਖ ਆਗੂ ਮੀਟਿੰਗਾਂ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੰਨਿਆ ਜਾ ਰਿਹਾ ਕਿ 6 ਮਹੀਨੇ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ। ਕੀ ਰਣਨੀਤੀ ਰਹੇਗੀ? ਵੱਖ-ਵੱਖ ਦਲਾਂ ਦੀ ਵੱਖ-ਵੱਖ ਦਲ ਇਸ ਸੰਬੰਧ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ। ਸਾਡੇ ਨਾਲ ਇਸ ਮੌਕੇ 'ਤੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਮੋਹਰੀ ਕਤਾਰ ਦੇ ਆਗੂ ਵੀਰ ਦਵਿੰਦਰ ਸਿੰਘ, ਜੋ ਕਿ ਸਾਬਕਾ ਡਿਪਟੀ ਸਪੀਕਰ ਵੀ ਰਹੇ ਨੇ ਵਿਧਾਨ ਸਭਾ ਦੇ ਵਿੱਚ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ, ਮੀਟਿੰਗਾਂ ਦਾ ਦੌਰ ਜਾਰੀ ਹੈ। ਤੁਹਾਡੀ ਕੀ ਭੂਮਿਕਾ ਹੋਏਗੀ ਇਸ ਸਾਰੇ ਦੇ ਦੌਰਾਨ? ਅਰਜ਼ੇ ਹੈ ਜੀ ਭਈ ਸਾਡੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਬਹੁਤ ਵੱਡੀ ਤੇ ਮੋਹਰੀ ਭੂਮਿਕਾ ਹੋਏਗੀ, ਕਿਉਂਕਿ ਅਕਾਲੀ ਦਲ ਡੈਮੋਕ੍ਰੈਟਿਕ ਦੀ ਸਥਾਪਨਾ ਹੀ ਇਸ ਆਸ਼ੇ ਨੂੰ ਮੁੱਖ ਰੱਖ ਕੇ ਹੋਈ ਹੈ ਕਿ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਸਾਹਿਬਾਨ ਦਾ, ਉਸ ਨੂੰ ਜਿਹੜੇ ਹੁਣ ਦੇ ਮਹੰਤ ਹਨ ਉਹਨਾਂ ਤੋਂ ਲਿਬਰੇਟ ਕਰਾਉਣਾ। ਦੂਸਰੀ ਗੱਲ ਇਹ ਹੈ, ਮੈਂ ਅਰਜ਼ ਕਰਾਂ ਕਿ ਇਹ ਸ਼ਤਾਬਦੀ ਦਾ ਵਰ੍ਹਾ ਹੈ। 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। 100 ਸਾਲ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਇਸ ਕਰਕੇ ਕੀਤੀ ਕਿ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਉਹ ਪ੍ਰਚੰਡ ਰੂਪ ਵਿੱਚ ਚੱਲ ਰਹੀ ਸੀ। ਸਿੱਖ ਸੰਗਤ ਬਹੁਤ ਅਦਬ ਔਰ ਜ਼ੋਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ 'ਚ ਹਿੱਸਾ ਲੈ ਰਹੇ ਸੀ। ਤਸ਼ੱਦਦ ਵੀ ਬੜਾ ਹੋ ਰਿਹਾ ਸੀ। ਜਿਹੜੇ ਮਹੰਤ ਕਾਬਜ ਸਨ ਉਹਨਾਂ ਨੂੰ ਅੰਗਰੇਜ਼ ਦੀ ਸ਼ਹਿ ਸੀ, ਅੰਗਰੇਜ਼ ਦਾ ਦਮ ਭਰਦੇ ਸੀ, ਅੰਗਰੇਜ਼ਾਂ ਦੇ ਪਿੱਠੂ ਸੀ ਤੇ ਹਰ ਕਿਸਮ ਦੀਆਂ ਕੁਰੈਤਾਂ ਜਿਹੜੀਆਂ ਸੀ ਉਹ ਗੁਰਦੁਆਰਾ ਸਾਹਿਬਾਨ ਵਿੱਚ ਕਰਦੇ ਸੀ। ਮਰਿਆਦਾ ਜਿਹੜੀ ਸ਼ਬਦ ਦੀ ਮਰਿਆਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਔਰ ਸਿੱਖ ਧਰਮ ਦੀ ਜਿਹੜੀ ਮਰਿਆਦਾ ਸੀ, ਉਸ ਤੋਂ ਬਿਲਕੁਲ ਲਾਂਭੇ ਜਾ ਕੇ ਉਸ ਦੇ ਵਿਪਰੀਤ ਮਹੰਤ ਗੱਲਾਂ ਕਰਦੇ ਸੀ, ਗੁਰੂ ਕੀਆਂ ਗੋਲਕਾਂ ਨੂੰ ਲੁੱਟਦੇ ਸੀ ਔਰ ਗੁਰੂ ਕੀਆਂ ਗੋਲਕਾਂ ਦੇ ਸਿਰ ਤੇ ਅਯਾਸ਼ੀਆਂ ਕਰਦੇ ਸੀ। ਇਸ ਕਰਕੇ ਸਿੱਖ ਕੌਮ ਨੇ ਉਸ ਤੜਪ ਦੇ ਵਿੱਚੋਂ ਇਹ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਉਹ ਐਡੀ ਜ਼ੋਰ ਫੜ ਗਈ ਸੀ, ਜਿਵੇਂ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ, ਸ਼ਹਾਦਤਾਂ ਹੋਈਆਂ। ਫਿਰ ਕੌਮ ਨੇ ਸੋਚਿਆ ਕਿ ਇਸ ਨੂੰ ਸਹੀ ਤਰਤੀਬ ਦੇਣ ਲਈ, ਇਸ ਲਹਿਰ ਨੂੰ, ਗੁਰਦੁਆਰਾ ਸੁਧਾਰ ਲਹਿਰ ਨੂੰ ਸਹੀ ਤਰਤੀਬ ਦੇਣ ਲਈ, ਠੀਕ ਢੰਗ ਨਾਲ ਸੇਧਤ ਰੱਖਣ ਲਈ, ਕਿਸੇ ਪਾਸੇ ਲਾਂਭੇ ਨਾ ਚਲੀ ਜਾਏ,
ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਇੱਕ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਉਸ ਵੇਲੇ ਕੋਈ ਅਸੈਂਬਲੀ ਜਾਂ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਨਹੀਂ ਸੀ ਕੀਤੀ, ਬਲਕਿ ਧਾਰਮਿਕ ਰਵਾਇਤਾਂ, ਸਿੱਖ ਧਰਮ ਦੀਆਂ ਪਰੰਪਰਾਵਾਂ, ਮਰਿਆਦਾ, ਉਹਨਾਂ ਸਾਰਿਆਂ ਨੂੰ ਸਹੀ ਪਰਿਪੇਖ ਵਿੱਚ ਪਰਿਭਾਸ਼ਿਤ ਕਰਨ ਔਰ ਮਰਿਆਦਿਤ ਕਰਨ ਦੇ ਵਾਸਤੇ, ਉਸ ਮਰਿਆਦਾ ਨੂੰ ਬਹਾਲ ਕਰਨ ਦੇ ਲਈ, ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਜਿਹੜੀ ਜਥੇਬੰਦੀ ਸੀ ਉਹ ਹੋਂਦ ਵਿੱਚ ਆਈ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੂਦ ਵਿੱਚ ਆਉਂਦੀ ਹੈ। 100 ਵਰ੍ਹਾ ਹੋ ਗਿਆ। 100 ਵਰ੍ਹੇ ਤੋਂ ਬਾਅਦ ਅੱਜ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਦੀਆਂ ਊਂਝਾਂ ਜਿਹੜੀਆਂ ਨੇ, ਜਿਹੜੀ ਸਥਾਪਿਤ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਜਿਸ ਦੀ ਕਿਆਦਤ ਕਹਿ ਲਓ ਜਾਂ ਜਿਸ ਦੀ ਜਥੇਦਾਰੀ ਜਾਂ ਜਿਸ ਦੇ ਸਾਰੇ ਅਧਿਕਾਰ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਪਾਸ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਉਹਨਾਂ ਦੇ ਪਾਸ ਹੈ। ਬਾਦਲਾਂ ਦੇ ਲਿਫਾਫੇ 'ਚੋਂ ਇਹ ਆਮ ਤੌਰ 'ਤੇ ਕਿਹਾ ਜਾਂਦਾ ਵੀ ਉਹਨਾਂ ਦੇ ਲਿਫਾਫੇ 'ਚੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਕਲਦਾ ਹੈਗਾ, ਜਿਹਨੂੰ ਉਹ ਨਾਮਜ਼ਦ ਕਰਦੇ ਨੇ ਉਹ ਪ੍ਰਧਾਨ। ਪਿਛਲੇ ਸਮੇਂ 'ਚ ਮਰਿਆਦਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਸਿੱਖ ਸੰਗਤਾਂ 'ਚ ਬੜੇ ਸ਼ੰਕੇ ਨੇ। ਹਰ ਰੋਜ਼ ਕੋਈ ਨਾ ਕੋਈ ਖਬਰ ਜਿਹੜੀ ਹੈ ਅਖਬਾਰਾਂ ਦੇ ਮੁੱਖ ਪੰਨੇ 'ਤੇ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਆਉਂਦੀ ਹੈ। ਗੋਲਕਾਂ ਦੀ ਦੁਰਵਰਤੋਂ ਦਾ ਵੀ ਜ਼ਿਕਰ ਹੈ, ਔਰ ਤਖਤਾਂ ਦੀ ਮਰਿਆਦਾ ਜਿਸ ਤਰ੍ਹਾਂ ਲੀਰੋ ਲੀਰ ਹੋਈ ਬੀਤੇ ਸਮੇਂ ਵਿੱਚ, ਔਰ ਖਾਸ ਕਰਕੇ ਜਦੋਂ ਸਰਸਾ ਵਾਲੇ ਡੇਰੇ ਦੇ ਇੱਕ ਸਾਧ ਨੇ 10 ਪਾਤਸ਼ਾਹ ਹਜ਼ੂਰ ਦੀ ਪੁਸ਼ਾਕ ਦਾ ਸਵਾਂਗ ਰਚਾ ਕੇ ਅਤੇ ਆਪਣਾ ਨਕਲੀ ਜਿਹੜਾ ਸੀ ਆਬੇ ਹਯਾਤ ਤਿਆਰ ਕਰਕੇ ਇੱਕ ਬੜੀ ਵੱਡੀ ਚੁਣੌਤੀ ਦਿੱਤੀ ਸਾਡੀ ਮਰਿਆਦਾ ਨੂੰ, ਸਾਡੇ ਇਤਿਹਾਸ ਨੂੰ, ਔਰ ਸਾਡੀਆਂ ਜ਼ਮੀਰਾਂ ਨੂੰ, ਸਾਡੀ ਅਣਖ ਔਰ ਗੈਰਤ ਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਉੱਥੇ ਸ਼ਹਾਦਤਾਂ ਹੋਣਗੀਆਂ, ਔਰ ਉਸ ਤੋਂ ਬਾਅਦ ਗੁਰੂ ਕੀਆਂ ਗੋਲਕਾਂ ਦੀ ਦੁਰਵਰਤੋਂ ਹੋਣੀ, ਔਰ ਸਭ ਤੋਂ ਘਿਨਾਉਣੀ ਗੱਲ ਇਹ ਹੋਈ ਕਿ ਜਦੋਂ ਉਸ ਨੂੰ ਬਾਦਲਾਂ ਦੇ ਦਬਾਅ ਹੇਠ ਮੁਆਫ ਕੀਤਾ ਸਰਸਾ ਵਾਲੇ ਬਾਬੇ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਗੁਰੂ ਕੀਆਂ ਗੋਲਕਾਂ ਦੇ ਵਿੱਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਨੇ ਛਪਾਏ, ਉਹਨੂੰ ਜਸਟੀਫਾਈ ਕਰ ਲਈ ਕਿ ਬੜਾ ਚੰਗਾ ਫੈਸਲਾ ਜਿਹੜਾ ਅਕਾਲ ਤਖਤ ਸਾਹਿਬ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਵੱਡੀਆਂ ਗਿਰਾਵਟਾਂ ਨੇ, ਕਾਫੀ ਸਾਰੀਆਂ ਕਮੀਆਂ ਜਿਹੜੀਆਂ ਤੁਸੀਂ ਗਿਣਾ ਰਹੇ ਹੋ, ਚਾਹੇ ਉਹ ਜਥੇਦਾਰ ਸਾਹਿਬਾਨ ਦੇ ਉੱਪਰ ਦਬਾਅ ਦੀ ਗੱਲ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਰਪਸ਼ਨ ਦੀ ਗੱਲ ਆਉਂਦੀ ਹੈ, 328 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਆਉਂਦਾ ਹੈ। ਪਰ ਜੇਕਰ ਗੱਲ ਕਰੀਏ 100 ਸਾਲ ਪਹਿਲਾਂ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ ਸੀ ਤੇ ਹੁਣ 100 ਸਾਲ ਹੋਣ ਵਾਲਾ ਹੈ, ਇਹ ਸਾਰੇ ਦੇ ਦੌਰਾਨ ਉਸ ਸਮੇਂ ਵੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਛਡਾਉਣ ਦੇ ਲਈ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਸੀ। ਅੱਜ ਸੰਗਤ ਕਿਉਂ ਸੋਚ ਰਹੀ ਹੈ ਕਿ ਅੱਜ ਫੇਰ ਜਿਹੜੀ ਹੈ ਮਸੰਦ ਸਿਸਟਮ ਸ਼ੁਰੂ ਹੋ ਗਿਆ ਹੈ? ਦੂਜੀ ਗੱਲ, ਉਸ ਸਮੇਂ ਇਲੈਕਸ਼ਨ ਸਿਸਟਮ ਸ਼ੁਰੂ ਹੋਇਆ, ਇਲੈਕਸ਼ਨ ਕਰਕੇ ਸਾਰੀਆਂ ਗਿਰਾਵਟਾਂ ਆਉਂਦੀਆਂ ਗਈਆਂ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਹੁਣ ਇਲੈਕਸ਼ਨ ਹੋਏਗੀ, ਹੁਣ ਜਿਹੜੇ ਆਗੂ ਚੁਣੇ ਜਾਣਗੇ, ਉਹ ਆਗੂ ਸਹੀ ਢੰਗ ਦੇ ਨਾਲ ਸੁਧਾਰ ਕਰ ਪਾਉਣਗੇ? ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਸਕਣਗੇ? ਮੈਂ ਤੁਹਾਡੇ ਸਵਾਲ ਦੇ ਜਵਾਬ ਤੋਂ ਪਹਿਲਾਂ ਇੱਕ ਹੋਰ ਤਸ਼ਰੀਹ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਬਹੁਤ ਵੱਡੀ ਸੰਸਥਾ ਹੈ। ਇਹ ਗੁਰਦੁਆਰਾ ਐਕਟ ਦੇ ਅਧੀਨ ਹੋਂਦ ਵਿੱਚ ਆਈ, ਇਸ ਕਰਕੇ ਚੋਣ ਪ੍ਰਕਿਰਿਆ ਜਿਹੜੀ ਹੈ ਉਸ ਐਕਟ ਦੇ ਦੁਆਰਾ ਨਿਯਮਿਤ ਕੀਤੀ ਜਾਂਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ 5 ਤਖਤਾਂ ਵਿੱਚੋਂ ਇੱਕ ਤਖਤ ਨੇ ਜਿਸ ਦੀ ਸਥਾਪਨਾ 6ਵੇਂ ਪਾਤਸ਼ਾਹ ਨੇ ਆਪ ਕੀਤੀ, ਗੁਰੂ ਸਾਹਿਬਾਨ ਨੇ। ਉਹਦੀ ਮਰਿਆਦਾ, ਉਸ ਦਾ ਵਿਧੀ ਵਿਧਾਨ, ਉਸ ਦੀ ਗਣਨਾ, ਉਸ ਦੀ ਮਹੱਤਤਾ, ਇਹ ਸਾਰਾ ਕੁਝ ਜਿਹੜਾ ਸੀ ਉਹ 6ਵੇਂ ਪਾਤਸ਼ਾਹ ਨੇ ਨਿਰਧਾਰਿਤ ਕੀਤਾ, ਔਰ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਸੀ ਉਹ ਸਿੱਖ ਕੌਮ ਨੂੰ ਦਿੱਤਾ।
ਬਾਕੀ ਜਿਹੜੇ 4 ਤਖਤ ਨੇ ਇਹ ਬਾਅਦ ਵਿੱਚ ਸਿੱਖ ਕੌਮ ਨੇ ਆਪ ਉਹਨਾਂ ਦੀ ਸਥਾਪਨਾ ਕੀਤੀ ਹੈ, ਜਾਂ ਦਰਜਾ ਜਿਹੜਾ ਹੈਗਾ ਤਖਤ ਦਾ ਉਹ ਕੌਮ ਦੇ ਕੌਮੀ ਪ੍ਰਬੰਧ ਨੇ ਉਹਨਾਂ ਨੂੰ ਦਿੱਤਾ। ਇਸ ਲਈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਹੱਤਵ ਹੈ, ਉਸ ਦੀ ਮਰਿਆਦਾ ਹੈ, ਉਸ ਦੇ ਦਸਤੂਰ ਨੇ, ਉਹਨਾਂ ਨੂੰ ਸਮਝਣਾ, ਉਹਨਾਂ ਦੀ ਪਾਲਣਾ ਕਰਨੀ, ਉਸ ਦੀ ਅਜ਼ਮਤ ਔਰ ਬੁਲੰਦੀ ਨੂੰ ਮਹਿਸੂਸ ਕਰਨਾ, ਉਹਦੇ 'ਤੇ ਪਹਿਰਾ ਦੇਣਾ, ਇਹ ਸਿੱਖਾਂ ਦੇ ਮੁੱਢਲੇ ਫਰਜ਼ਾਂ ਵਿੱਚ ਸ਼ਾਮਲ ਹੈ। ਪਿਛਲੇ ਸਮੇਂ 'ਚ ਸਭ ਤੋਂ ਜਿਹੜੀ ਮਾੜੀ ਗੱਲ ਇਹ ਹੋਈ ਕਿ ਉਸ ਸੁਪਰੀਮ ਤਖਤ ਦੀ ਜਿਹੜੀ ਮਰਿਆਦਾ ਸੀਗੀ, ਉਸ ਦੀ ਬੁਲੰਦੀ ਔਰ ਅਜ਼ਮਤ ਜਿਹੜੀ ਸੀ, ਉਹਨੂੰ ਸਿਆਸਤ ਦੇ ਅਧੀਨ ਕਰਕੇ ਉਹਨੂੰ ਰੋੜਿਆ ਗਿਆ, ਇਸਤੇਮਾਲ ਕੀਤਾ ਗਿਆ, ਸ਼ਾਖ ਘਟੀ ਇਸਤੇਮਾਲ ਕੀਤਾ। ਅਕਾਲ ਤਖਤ ਸਾਹਿਬ ਨੂੰ ਆਪਣੀ ਵੈਸਟਡ ਇੰਟਰਸਟ ਦੇ ਵਾਸਤੇ ਪੋਲੀਟੀਕਲ ਪਾਵਰਸ ਨੇ ਇਸਤੇਮਾਲ ਕੀਤਾ, ਜਿਸ ਦੇ ਲਈ ਬਾਦਲ ਪਰਿਵਾਰ ਸਭ ਤੋਂ ਵੱਡਾ ਦੋਸ਼ੀ ਹੈ। 550 ਸਾਲ ਆਪਾਂ ਮਨਾਈ ਗੁਰੂ ਨਾਨਕ ਪਾਤਸ਼ਾਹ ਦੀ, ਉਹਦੇ 'ਚ ਸਾਰੇ ਪਾਸੇ ਪਰਿਵਾਰ ਭਾਰੂ ਰਿਹਾ, ਮਤਲਬ ਸੰਗਤ ਦਾ ਰੋਲ ਨਹੀਂ ਸੀ ਨਜ਼ਰ ਆ ਰਿਹਾ, ਪਰਿਵਾਰ ਹੀ ਦਿਸ ਰਿਹਾ ਸੀ। ਕਿਤੇ ਹਰਸਿਮਰਤ ਕੌਰ ਬਾਦਲ ਦਿਖ ਰਹੀ ਹੈ, ਕਿਤੇ ਸੁਖਬੀਰ ਸਿੰਘ ਬਾਦਲ ਦਿਖ ਰਿਹਾ ਹੈ। ਔਰ ਮੈਂ ਹੈਰਾਨ, ਅਸੀਂ ਸਾਰੀ ਸੰਗਤ ਹੀ ਹੁਣ ਤੱਕ ਹੈਰਾਨ ਆ ਭਈ 16 ਕਰੋੜ ਦਾ ਕੋਈ ਪੰਡਾਲ ਵੀ ਲੱਗ ਸਕਦਾ, 16 ਕਰੋੜ ਦੇ ਪੰਡਾਲ। ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਸੰਸਥਾਵਾਂ ਨੇ, ਉਹਨਾਂ ਦਾ ਹਾਲ ਤੁਸੀਂ ਦੇਖ ਲਓ। ਜਿਹੜੀਆਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀ, ਜਿਵੇਂ ਯੂਨੀਵਰਸਿਟੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ, ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਉਹਨਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਸਾਰੀਆਂ ਚੀਜ਼ਾਂ ਘਾਟੇ ਜਾ ਰਹੀਆਂ ਨੇ। ਬਾਦਲ ਪਰਿਵਾਰ ਦੇ ਡਰਾਈਵਰ, ਕੰਡਕਟਰ ਜਿਹੜੇ ਉਹਨਾਂ ਦੀਆਂ ਕੰਪਨੀਆਂ 'ਚ ਕੰਮ ਕਰਦੇ ਨੇ, ਕੋਈ ਹੋਟਲਾਂ 'ਚ, ਕੋਈ ਕਿਤੇ, ਉਹਨਾਂ ਦੀ ਹਾਜ਼ਰੀ ਪੈ ਰਹੀ ਹੈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ। 65 ਬੰਦੇ ਇਕੱਲੇ ਬਾਦਲ ਸਾਹਿਬ ਦੇ ਹਲਕੇ ਲੰਬੀ ਦੇ ਉੱਥੇ ਨੌਕਰੀ ਕਰਦੇ ਨੇ, ਲੇਕਿਨ ਹਾਜ਼ਰੀ ਕੋਈ ਨਹੀਂ, ਉਹਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਹੋ ਜਾਂਦੇ ਨੇ ਹਰ ਸਾਲ, ਕੰਮ ਕਿਤੇ ਹੋਰ ਕਰਦੇ ਨੇ। ਐਸੀ ਦੁਰਵਰਤੋਂ ਘਟੀਆ ਪਹਿਲਾਂ ਕਿਤੇ ਨਹੀਂ ਹੋਈ। ਤੁਸੀਂ ਕਹਿੰਦੇ ਹੋ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੈਸਾ ਹੈ, ਗੋਲਕ ਦਾ ਪੈਸਾ, ਉਸ ਦੀ ਦੁਰਵਰਤੋਂ ਕੀਤੀ। ਤੁਹਾਡੇ ਸਾਹਮਣੇ ਹੁਣ ਜਿਹੜੀ ਰਿਪੋਰਟ ਆਈ ਹੈ, ਜਿਹੜੀ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਉੱਥੋਂ ਗੁੰਮ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਦੇ ਵਿੱਚੋਂ, ਪਬਲੀਕੇਸ਼ਨ ਬਿਊਰੋ ਦੇ ਵਿੱਚੋਂ, ਉਹ ਜਿਹੜੀ ਕਮੇਟੀ ਸਥਾਪਿਤ ਕੀਤੀ ਅਕਾਲ ਤਖਤ ਸਾਹਿਬ ਨੇ, ਉਹਨਾਂ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਜਿਹੜਾ ਚਾਰਟਰਡ ਅਕਾਊਂਟੈਂਟ ਸੀ ਕੋਹਲੀ ਐਂਡ ਕੋ, ਉਹਨੇ ਆਪਣਾ ਕੰਮ ਹੀ ਨਹੀਂ ਕੀਤਾ, ਉਹਨੇ ਆਡਿਟ ਹੀ ਨਹੀਂ ਕੀਤੀ ਕਿੰਨੇ ਸਾਲਾਂ ਤੋਂ, ਔਰ ਉਹ ਲਗਭਗ 1.5 ਕਰੋੜ ਰੁਪਈਆ ਹਰ ਸਾਲ ਸ਼੍ਰੋਮਣੀ ਕਮੇਟੀ ਤੋਂ ਲਿਆ। ਸ਼੍ਰੋਮਣੀ ਕਮੇਟੀ ਦਾ ਮਤਲਬ ਹੈ ਗੁਰੂ ਕੀ ਗੋਲਕ 'ਚੋਂ ਲੈ ਰਿਹਾ। ਔਰ ਉਹ ਜਿਹੜਾ ਕੋਹਲੀ ਐਂਡ ਕੋ ਹੈ, ਉਹ ਬਾਦਲਾਂ ਦੇ ਹੋਟਲਾਂ ਦਾ ਵੀ ਚਾਰਟਰਡ ਅਕਾਊਂਟੈਂਟ ਉਹੀ ਹੈ, ਬਾਦਲਾਂ ਦੀ ਟਰਾਂਸਪੋਰਟ ਦਾ ਵੀ ਚਾਰਟਰਡ ਅਕਾਊਂਟੈਂਟ ਉਹ ਹੈ। ਮਤਲਬ ਤਨਖਾਹ ਗੁਰੂ ਕੀ ਗੋਲਕ 'ਚੋਂ, ਕੰਮ ਬਾਦਲਾਂ ਦੇ ਬਿਜ਼ਨਸ ਦਾ। ਇਹ ਸਾਰੀਆਂ ਗੱਲਾਂ ਜੱਗੋ ਤੇਰਵੀਆਂ ਹੋਈਆਂ। ਬੜਾ ਭਾਰੀ ਸਿੱਖ ਸੰਗਤ 'ਚ ਰੋਸ ਹੈ, ਔਰ ਬੜੀ ਦੇਰ ਬਾਅਦ ਇਹ ਚੋਣ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਗੁਰਦੁਆਰਾ ਚੋਣ ਦੇ ਵਾਸਤੇ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ, ਔਰ ਜਸਟਿਸ ਸੁਰਿੰਦਰ ਸਿੰਘ ਸਾਰੋਂ ਬੜੀ ਸ਼ਾਨਦਾਰ ਸ਼ਖਸੀਅਤ ਨੇ, ਬੇਲਾਗ ਨੇ, ਈਮਾਨਦਾਰ ਨੇ, ਕੋਈ ਉਹਨਾਂ 'ਤੇ ਉਂਗਲ ਨਹੀਂ ਉਠਾ ਸਕਦਾ, ਔਰ ਬੜੇ ਫੋਰਥਰਾਈਟ ਜੱਜ ਰਹੇ ਨੇ ਵਿਦ ਇੰਪੈਕੇਬਲ ਇੰਟੈਗ੍ਰਿਟੀ। ਉਹਨਾਂ ਦੇ ਜ਼ਿੰਮੇ ਇਹ ਕੰਮ ਸਪੁਰਦ ਹੋਇਆ। ਬਹੁਤ ਵੱਡਾ ਕੌਮ ਨੂੰ ਉਹਨਾਂ ਤੋਂ ਆਸਾਂ ਨੇ। ਉਮੀਦ ਕਰਾਂਗੇ ਕਿ ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਛੇਤੀ ਨਾਲ ਮੁਕੰਮਲ ਕਰਕੇ ਨਵੀਆਂ ਵੋਟਾਂ ਬਣਾਉਣ ਦੀ, ਔਰ ਜੋ ਵੀ ਨੋਟੀਫਿਕੇਸ਼ਨਸ ਕਰਨੀ ਹੈ, ਸਾਡੀ ਇੱਛਾ ਹੈ, ਅਸੀਂ ਚਾਹੁੰਦੇ ਹਾਂ, ਸਾਨੂੰ ਲੱਗਦਾ ਵੀ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋ ਕੇ ਸਿੱਖ ਕੌਮ ਇਕਜੁੱਟ ਹੋ ਕੇ ਇਹ ਅੱਜ ਦੇ ਜਿਹੜੇ ਮਹੰਤ ਨੇ ਨਰੇਣੂ, ਉਹਨਾਂ ਨੂੰ ਲਾਂਭੇ ਕਰਕੇ ਸ਼੍ਰੋਮਣੀ ਕਮੇਟੀ ਦੀ ਸੇਵਾ ਗੁਰਸਿੱਖਾਂ ਦੇ ਹੱਥ ਜਾਏਗੀ, ਜਿਹੜੇ ਸ਼ਬਦ ਦੀ ਜੋਤ ਨੂੰ, ਸ਼ਬਦ ਦੇ ਸੁਨੇਹੇ ਨੂੰ, ਗੁਰੂ ਮਹਾਰਾਜ ਦੇ ਸੁਨੇਹੇ ਨੂੰ ਅੱਗੇ ਪੂਰੇ ਸੰਸਾਰ ਵਿੱਚ ਤੋਰੇਗੀ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਕਹਿ ਰਹੇ ਨੇ, ਜਿਵੇਂ ਸੇਵਾ ਸਿੰਘ ਸੇਖਵਾਂ ਜਾਂ ਹੋਰ ਵੀ ਆਗੂ, ਕਿ ਅਸੀਂ ਇਸ ਵਾਰ ਇਲੈਕਸ਼ਨ ਨਹੀਂ ਲੜਾਂਗੇ।
ਸੇਵਾ ਸਿੰਘ ਸੇਖਵਾਂ ਨੇ ਤਾਂ ਸਾਫ਼ ਕਹਿ ਦਿੱਤਾ ਨਾ ਉਹ ਐਮਐਲਏ ਦੀ ਇਲੈਕਸ਼ਨ ਲੜਨਗੇ ਆਉਣ ਵਾਲੇ ਸਮੇਂ ਦੇ ਵਿੱਚ, ਨਾ ਹੀ ਉਹ ਲੋਕ ਸਭਾ ਦੀ, ਤੇ ਨਾ ਹੀ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰੀ ਦੀ ਚੋਣ ਲੜਨਗੇ। ਤੁਹਾਡਾ ਕੀ ਵਿਚਾਰ ਹੈ, ਤੁਸੀਂ ਚੋਣ ਲੜੋਗੇ? ਇਹ ਬੜਾ ਹੈਵੀਲੀ ਲੋਡਡ ਸਵਾਲ ਹੈ। ਇਹਦੇ ਜਵਾਬ ਦੇਣ ਦੀ ਮੈਂ ਅੱਜ ਸਥਿਤੀ ਵਿੱਚ ਨਹੀਂ ਹਾਂ। ਐਵੇਂ ਕੋਈ ਝੂਠ ਬੋਲਿਆ ਜਾਏ, ਮੈਂ ਤੁਹਾਨੂੰ ਕਹਾਂ ਮੈਂ ਵੀ ਨਹੀਂ ਲੜਾਂਗਾ, ਪਰਸੋਂ ਨੂੰ ਮੈਂ ਤਿਆਰੀ ਕਰ ਲਵਾਂ। ਇਹ ਸਾਰਾ ਫੈਸਲਾ ਜਿਹੜਾ ਹੈਗਾ ਇਹ ਪਾਰਟੀ ਫੈਸਲਾ ਕਰੇਗੀ, ਸੰਗਤ ਫੈਸਲਾ ਕਰੇਗੀ। ਜੋ ਫੈਸਲਾ ਕਰ ਦੇਣਗੇ ਮੈਂ ਉਸ 'ਤੇ ਫੁੱਲ ਚੜਾਵਾਂਗੇ। ਜੇ ਉਹ ਕਹਿਣਗੇ ਨਹੀਂ ਲੜਨੀ ਤਾਂ ਨਹੀਂ ਲੜਾਂਗੇ, ਜੇ ਉਹ ਕਹਿਣਗੇ ਲੜਨੀ ਆ ਤਾਂ ਲੜਾਂਗੇ, ਜੇ ਉਹ ਕਹਿਣਗੇ ਸ਼੍ਰੋਮਣੀ ਕਮੇਟੀ ਦੀ ਸੇਵਾ ਕਰਨੀ ਹੈ ਤੇ ਫਿਰ ਉਹ ਸੇਵਾ ਵਿੱਚ ਕੁੱਦਾਂਗੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਚੰਗੇ ਉਮੀਦਵਾਰ ਹੋਣਗੇ ਉਹਨਾਂ ਨੂੰ ਲਿਆਂਦਾ ਜਾਏਗਾ। ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨਗੇ ਉਹ ਫਿਰ ਦੂਜੇ ਪਾਸੇ ਨਹੀਂ ਆਉਣਗੇ। ਦੇਖੋ, ਅਰਜ਼ ਇਹ ਹੈ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ। ਸਾਡੇ ਲਈ ਤਾਂ ਇਹ ਅਮਰੀਕਾ ਦੇ ਪ੍ਰਧਾਨ ਦੀ ਚੋਣ ਤੋਂ ਵੀ ਮਹੱਤਵ ਹੈ, ਪੂਰਨ ਹੈ। ਸਾਡੇ ਲਈ ਤਾਂ ਇਹ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੀ ਚੋਣ ਤੋਂ ਵੀ ਵੱਡੀ ਹੈ, ਕਿਉਂਕਿ ਸਿੱਖ ਕੌਮ ਜਿਹੜੀ ਹੈ, ਸਿੱਖ ਧਰਮ ਅੱਜ ਵਿਸ਼ਵ ਧਰਮ ਬਣ ਚੁੱਕਿਆ ਔਰ ਇਸ ਦੀ ਪ੍ਰੈਜ਼ੈਂਸ ਗਲੋਬਲ ਹੈ। ਇਟਸ ਏ ਗਲੋਬਲ ਰਿਲੀਜਨ ਨਾਓ। ਔਰ ਸਾਡਾ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈੱਡਕੁਆਟਰ ਹੈ ਉਹ ਸਿੱਖ ਕੌਮ ਦੀ ਰਾਜਧਾਨੀ ਹੈ। ਵਿਸ਼ਵ ਵਿੱਚ ਵਸਦੇ ਸਿੱਖਾਂ ਦਾ ਜਿਹੜਾ ਸਰੋਤ ਹੈਗਾ, ਪੂਜਾ ਦਾ ਸਰੋਤ ਵੀ ਸਾਡਾ ਉਹੀ ਹੈ। ਸਾਡੀ ਬੰਦਗੀ ਦਾ ਜਿਹੜੀ ਅੰਤਮ ਦਰਗਾਹ ਹੈ ਉਹ ਵੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਮੰਨਦੇ ਹਾਂ। ਦੁਨੀਆ ਭਰ ਦੇ ਕਿਸੇ ਹਿੱਸੇ 'ਚੋਂ ਕੋਈ ਸਿੱਖ ਆਵੇ, ਪਰਿਵਾਰ ਆਉਣ, ਉਹਨਾਂ ਦੇ ਮਨ 'ਚ ਇੱਕ ਸਾਧਨਾ ਜ਼ਰੂਰ ਹੁੰਦੀ ਹੈ ਕਿ ਦਰਬਾਰ ਸਾਹਿਬ ਮੱਥਾ ਟੇਕਣਾ, ਜਿਵੇਂ ਮਰਜ਼ੀ ਹੋਵੇ। ਇਸ ਵਾਸਤੇ ਮੈਂ ਸਮਝਦਾ ਵੀ ਪਿਛਲੇ 25-30 ਸਾਲ ਤੋਂ, ਖਾਸ ਕਰਕੇ ਜਦ ਤੋਂ ਸਰ ਜਥੇਦਾਰ ਗੁਰਚਰਨ ਸਿੰਘ ਟੌਹਰਾ ਉਹਨਾਂ ਦਾ ਨਿਧਨ ਹੋਇਆ, ਇਹ ਕਮੇਟੀ ਹਰ ਕਿਸਮ ਦੇ ਦਿਸ਼ਾ ਨਿਰਦੇਸ਼ ਤੋਂ ਵਾਂਝੀ ਹੋ ਗਈ। ਹੁਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹਨਾਂ ਦੇ ਪਰਿਵਾਰ ਹੀ ਸ਼ਬਦ ਤੋਂ ਟੁੱਟ ਚੁੱਕੇ ਨੇ, ਮਰਿਆਦਾ ਤੋਂ ਟੁੱਟ ਚੁੱਕੇ ਨੇ, ਸਿੱਖੀ ਤੋਂ ਟੁੱਟ ਚੁੱਕੇ ਨੇ, ਦਸਤਾਰਾਂ ਉਤਰ ਗਈਆਂ ਨੇ, ਕੇਸ ਗਾਇਬ ਹੋ ਗਏ ਨੇ। ਏਡੀ ਵੱਡੀ ਗਿਲਾਨੀ ਵੀ ਕਦੇ ਆ ਸਕਦੀ ਸੀ, ਕਦੇ ਸੋਚਿਆ ਨਹੀਂ ਸੀ। ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ। ਇਸ ਵਾਸਤੇ ਇਹ ਸਾਰੇ ਗੰਦ ਤੋਂ ਨਿਜਾਤ ਦਿਵਾਉਣੀ ਹੈ, ਸਾਰੀ ਮਰਿਆਦਾ ਨੂੰ। ਬਹੁਤ ਵੱਡਾ ਕੰਮ ਹੈ। ਤੁਸੀਂ ਕਹਿ ਰਹੇ ਹੋ ਕਿ ਸਾਰੇ ਜਣੇ ਰਲ ਕੇ ਇਸ ਵਾਰ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣਾ ਹੈ। ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਕਬਜ਼ਾ ਹਟਾ ਪਾਓਗੇ? ਸੰਗਤ ਤੁਹਾਡਾ ਸਾਥ ਦੇਗੀ? ਜੇਕਰ ਦੇਗੀ ਤਾਂ ਕਿਹੜੀਆਂ ਗੱਲਾਂ ਤੁਸੀਂ ਸਾਹਮਣੇ ਲੈ ਕੇ ਆ ਰਹੇ ਹੋ, ਕਿਹੜੇ ਸੁਧਾਰ ਤੁਸੀਂ ਕਰੋਗੇ ਜਿਸ ਕਰਕੇ ਸੰਗਤ ਤੁਹਾਨੂੰ ਵੋਟ ਪਾਵੇ, ਤੁਹਾਡਾ ਸਹਿਯੋਗ ਦੇਵੇ? ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਸੰਗਤ ਤੋਂ ਆਪਣੇ ਲਈ ਸਾਥ ਨਹੀਂ ਮੰਗਦੇ। ਪਹਿਲੀ ਗੱਲ ਇਹ ਸਮਝੋ, ਉਹ ਫੇਰ ਮਰਿਆਦਾ ਟੁੱਟਦੀ ਹੈ। ਅਸੀਂ ਤੇ ਇਹ ਕਹਿੰਦੇ ਆ ਕਿ ਦੇਖੋ, ਮਰਿਆਦਾ ਟੁੱਟੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਸਾਨੂੰ 10 ਪਾਤਸ਼ਾਹ ਲਾ ਕੇ ਗਏ ਨੇ, ਠੀਕ ਹੈ ਨਾ। ਉਹੀ ਸਾਨੂੰ ਹੁਕਮ ਕਰ ਗਏ ਕਿ ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ, ਹੁਣ ਤੋਂ ਬਾਅਦ ਸ਼ਬਦ ਤੁਹਾਡਾ ਮਾਰਗਦਰਸ਼ਨ ਕਰੇਗਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ 10 ਪਾਤਸ਼ਾਹ ਹਜ਼ੂਰ ਨਾਂਦੇੜ ਵਿਖੇ ਜਦੋਂ ਜੋਤੀ ਜੋਤ ਸਮਾਉਂਦੇ ਨੇ, ਉੱਥੇ ਚੰਦਨ ਦੀ ਚਿਖਾ ਪਹਿਲੋਂ ਚਿਣੀ ਹੋਈ ਸੀ। ਚੰਦਨ ਦੀ ਚਿਖਾ ਪਹਿਲੋਂ ਚਿਣੀ ਹੋਈ ਸੀ। ਔਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੰਦੇ ਨੇ, ਪੂਰੇ ਸਾਰੇ ਦੀਵਾਨ 'ਚ ਸਿੱਖਾਂ ਨੂੰ ਇਹ ਐਲਾਨ ਕਰਦੇ ਨੇ ਕਿ ਮੇਥੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ, ਇਸ ਤੋਂ ਬਾਅਦ ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਸੰਗਤਾਂ ਵਿਰਲਾਪ ਕਰ ਰਹੀਆਂ ਸੀ ਕਿ ਮਹਾਰਾਜ, ਉਹਨਾਂ ਨੇ ਕਿਹਾ ਵਿਛੋੜੇ ਦਾ ਸਮਾਂ ਆ ਗਿਆ। ਸੰਗਤਾਂ ਵਿਰਲਾਪ ਕਰ ਰਹੀਆਂ ਨੇ ਕਿ ਮਹਾਰਾਜ ਸਾਨੂੰ ਕਿਹਦੇ ਲਾ ਕੇ ਚੱਲਿਓ, ਅਸੀਂ ਤੁਹਾਨੂੰ ਕਿੱਥੋਂ ਲੱਭਾਂਗੇ। ਜਾਣ ਵੇਲੇ ਚਿਖਾ ਵੱਲ ਫਤਿਹ ਬੁਲਾ ਕੇ 10 ਪਾਤਸ਼ਾਹ ਹਜ਼ੂਰ ਇਹ ਸੰਗਤਾਂ ਨੂੰ ਕਹਿੰਦੇ ਨੇ ਜੋ ਉੱਥੇ ਮੌਜੂਦ ਸੀ ਕਿ ਅਬ ਸ਼ਬਦ ਮਿਲਾਵਾ ਹੋਏ ਸੀ, ਦੇਹ ਮਿਲਾਵਾ ਨਹੀਂ। ਅੱਜ ਤੋਂ ਬਾਅਦ ਜਿਹਨੇ ਮੈਨੂੰ ਮਿਲਣਾ ਹੈ ਉਹ ਸ਼ਬਦ ਦੇ ਰਾਹੀਂ ਮਿਲੇਗਾ, ਸ਼ਬਦ ਮਾਧਿਅਮ ਹੋਏਗਾ। ਜਿਹਨੇ ਮੇਰੇ ਦਰਸ਼ਨ ਕਰਨੇ ਨੇ ਉਹ ਮੈਨੂੰ ਸ਼ਬਦ ਦੇ ਰਾਹੀਂ ਮਿਲ ਸਕੇਗਾ। ਇੱਕ ਤੇ ਉਸ ਸ਼ਬਦ ਦੀ ਮਰਿਆਦਾ ਨੂੰ ਬਹਾਲ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਨੂੰ ਬਹਾਲ ਕਰਨਾ, ਰਵਾਇਤਾਂ ਨੂੰ ਬਹਾਲ ਕਰਨਾ,
ਜਿੰਨੀਆਂ ਸਿੱਖ ਸੰਸਥਾਵਾਂ ਨੇ ਜਿਹਦੇ ਵਿੱਚ ਖਾਲਸਾ ਕਾਲਜਸ ਨੇ, ਯੂਨੀਵਰਸਿਟੀ ਨੇ, ਉਹਨਾਂ ਨੂੰ ਇੱਕ ਵਿਜ਼ਨ ਦੇਣਾ ਹੈ, ਇੱਕ ਪਰਸਪੈਕਟਿਵ ਦੇਣਾ ਹੈ ਕਿ ਦੱਸੋ ਬਈ ਕੱਲਾ ਕਾਲਜ, ਕੱਲੀ ਯੂਨੀਵਰਸਿਟੀ ਇਹ ਦੱਸੇ ਕਿ ਤੁਸੀਂ ਸ਼ਬਦ ਦੀ ਜਿਹੜੀ ਭਾਵਨਾ ਹੈ ਉਹਦੀ ਸਪਿਰਿਟ ਦਾ ਕਿਵੇਂ ਪ੍ਰਚਾਰ ਕਰੋਗੇ ਦੁਨੀਆ ਵਿੱਚ, ਲੁਕਾਈ ਦੇ ਵਿੱਚ ਇਸ ਸੱਚ ਨੂੰ ਅਸੀਂ ਕਿਵੇਂ ਲੈ ਕੇ ਜਾਣਾ। ਲੈਟ ਈਚ ਇੰਸਟੀਟਿਊਸ਼ਨ, ਸਿੱਖ ਇੰਸਟੀਟਿਊਸ਼ਨ, ਵੈਦਰ ਇਟ ਇਜ਼ ਐਜੂਕੇਸ਼ਨਲ ਔਰ ਅਦਰਵਾਈਜ਼। ਦੂਸਰਾ ਇਹ ਆ ਵੀ ਕੀਰਤਨ ਦੀ ਮਰਿਆਦਾ ਨੂੰ ਬਹਾਲ ਕਰਨਾ। ਹੁਣ ਤੇ ਸ਼ਬਦ ਕੀਰਤਨ ਪਿੱਛੇ ਰਾਗੀ ਜਥੇ ਲੜੀ ਜਾਂਦੇ ਨੇ, ਉਸ ਨੂੰ ਵੀ ਸਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਗੁਰਮਤਿ ਸੰਗੀਤ ਦੇ ਆਧਾਰ 'ਤੇ, ਉਹਨਾਂ ਪੱਧਤੀਆਂ 'ਤੇ, ਕਿਉਂਕਿ ਇਹ ਜਿਹੜੀ ਕੀਰਤਨ ਦੀ ਮਰਿਆਦਾ ਹੈ ਇਹ ਵੀ ਪਹਿਲੇ ਪਾਤਸ਼ਾਹ ਤੋਂ, ਜਦੋਂ ਉਹਨਾਂ ਨੇ ਚੁੱਕ ਕੇ ਰਬਾਬ ਜਿਹੜੀ ਸੀ ਉਹ ਭਾਈ ਮਰਦਾਨੇ ਦੇ ਹੱਥ ਵਿੱਚ ਦੇ ਦਿੱਤੀ ਸੀ, ਅਤੇ ਇਹ ਕਹਿ ਕੇ ਅਲਾਪ ਦਿੱਤਾ ਸੀ ਕਿ ਮਰਦਾਨਿਆਂ ਰਬਾਬ ਉਠਾਏ ਬਾਣੀ ਆਈ ਹੈ। ਸਮਝ ਗਏ ਨਾ? ਇਸ ਦੇ ਨਾਲ ਹੀ ਸ਼ਬਦ ਦਾ, ਸੁਰ ਦੇ ਨਾਲ, ਸੰਗੀਤ ਦੇ ਨਾਲ ਇੱਕ ਸਫ਼ਰ ਸ਼ੁਰੂ ਹੋ ਗਿਆ, ਅਤੇ ਇਸ ਨੂੰ ਵੀ 550 ਸਾਲ ਹੋ ਗਏ। ਪਹਿਲੀ ਉਦਾਸੀ ਤੇ ਤੁਰਨ ਤੋਂ ਪਹਿਲਾਂ ਮਹਾਰਾਜ ਨੇ ਪਹਿਲਾ ਅਲਾਪ ਦਿੱਤਾ ਤੇ ਮਰਦਾਨੇ ਨੂੰ ਕਿਹਾ ਰਬਾਬ ਉਠਾਏ ਬਾਣੀ ਆਈ ਹੈ। ਸਮਝ ਗਏ ਨਾ? ਹੁਣ ਉਹ ਜਿਹੜੀ ਮਰਿਆਦਾ ਸ਼ਬਦ ਕੀਰਤਨ ਦੀ, ਜਿਹੜੀ ਰਾਗਬੱਧ ਮਰਿਆਦਾ ਹੈ, ਉਹ ਵੀ ਤਿੜਕਦੀ ਜਾ ਰਹੀ ਹੈ, ਉਸ ਨੂੰ ਬਹਾਲ ਕਰਨ ਦੀ ਜ਼ਰੂਰਤ ਹੈ। ਜਿਹੜੇ ਹਜ਼ੂਰੀ ਰਾਗੀ ਹੈਗੇ, ਜਿਹੜੇ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਨੇ, ਸਭ ਤੋਂ ਉੱਤਮ ਰਾਗੀ ਜਿਹੜੇ ਹਨ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਦਰਬਾਰ ਸਾਹਿਬ 'ਚ ਕੀਰਤਨ ਕਰਨ, ਜਾਂ ਜਿਹੜੇ ਸਾਡੇ ਤਖਤ ਨੇ ਉਹਨਾਂ 'ਤੇ ਕੀਰਤਨ ਕਰਨ, ਅਤੇ ਉਹਨਾਂ ਨੂੰ ਸ਼੍ਰੇਣੀਬੱਧ ਕੀਤਾ ਜਾਏ। ਹੈ ਜੀ, A ਕਲਾਸ, B ਕਲਾਸ, C ਕਲਾਸ। B ਔਰ C ਜਿਹੜੇ ਨੇ ਉਹਨਾਂ ਨੂੰ ਹੋਰ ਵਧੇਰੇ ਰਿਆਜ਼ ਕਰਨ ਲਈ ਪ੍ਰੇਰਿਆ ਜਾਏ, ਉਹਨਾਂ ਰਾਗਾਂ 'ਚ ਰਿਆਜ਼ ਕਰਨ ਜਿਹੜੇ ਰਾਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਇੱਕ ਚਲਦੇ ਇੱਕ ਸਵਾਲ ਰਹਿਤ ਮਰਿਆਦਾ ਦਾ ਵੀ ਹੈ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਹੈ। ਮੰਨਿਆ ਜਾਂਦਾ ਹੈ ਕਿ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ, ਉਹ ਗੁਰਧਾਮ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਨੇ, ਉੱਥੇ ਵੀ ਲਾਗੂ ਨਹੀਂ ਕੀਤੀ ਗਈ, ਅਤੇ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਸਮੇਂ-ਸਮੇਂ 'ਤੇ ਉਸ ਰਹਿਤ ਮਰਿਆਦਾ ਦੇ ਉੱਪਰ ਸਵਾਲ ਵੀ ਚੁੱਕੇ ਗਏ ਨੇ। ਕਈਆਂ ਨੇ ਤਾਂ ਰੱਦ ਕਰਨ ਦੀਆਂ ਗੱਲਾਂ ਵੀ ਕੀਤੀਆਂ ਨੇ, ਉਹਦੇ 'ਚ ਕਮੀਆਂ ਕੱਢੀਆਂ ਨੇ। ਕਿ ਜੇਕਰ ਤੁਸੀਂ ਆਉਂਦੇ ਹੋ, ਤੁਹਾਨੂੰ ਮੌਕਾ ਮਿਲਦਾ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹ ਮਰਿਆਦਾ ਲਾਗੂ ਕਰ ਪਾਓਗੇ? ਦੇਖੋ, ਅਰਜ਼ ਇਹ ਹੈ ਬਈ ਜਿਹੜੀ ਧਾਰਮਿਕ ਮਰਿਆਦਾ ਉਹ ਸਾਰੀ ਸਿੱਖ ਕੌਮ ਦੀ ਇੱਕ ਹੋਣੀ ਚਾਹੀਦੀ ਹੈ। ਹਾਂਜੀ, ਔਰ ਜਿਹੜੀ ਕੇਂਦਰੀ ਮਰਿਆਦਾ ਸ਼੍ਰੋਮਣੀ ਕਮੇਟੀ ਨੇ ਫਾਈਨਲ ਕੀਤੀ ਹੋਈ ਹੈ, ਉਹ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਬੈਠ ਕੇ ਉਹਦੇ 'ਤੇ ਵਿਚਾਰ ਕਰਕੇ ਉਹ ਮਰਿਆਦਾ ਪ੍ਰਵਾਨ ਕੀਤੀ, ਔਰ ਉਹਨੂੰ, ਉਸ ਮਰਿਆਦਾ ਨੂੰ ਪ੍ਰਕਾਸ਼ਿਤ ਕੀਤਾ ਗਿਆ। ਮੇਰਾ ਮੰਨਣਾ ਹੈ ਕਿ ਕੋਈ ਵੀ ਧਰਮ ਜਿਹੜਾ ਹੈਗਾ ਉਹ ਮਰਿਆਦਾ ਤੋਂ ਬਿਨਾਂ ਨਹੀਂ ਚੱਲ ਸਕਦਾ। ਇਸ ਲਈ ਮਰਿਆਦਾ ਜਿਹੜੀ ਹੈ ਉਹ ਜ਼ਰੂਰ ਕੇਂਦਰੀ ਔਰ ਇੱਕ ਮਰਿਆਦਾ ਹੋਣੀ ਚਾਹੀਦੀ ਹੈ। ਅੱਜ ਹੁਣ ਤੁਸੀਂ ਦੇਖੋ ਦੇਸ਼ ਵਿੱਚ ਕੀ ਕੁਛ ਹੋ ਰਿਹਾ, ਇੱਕ ਪ੍ਰਧਾਨ, ਇੱਕ ਵਿਧਾਨ, ਸਭ ਕੁਛ ਏਕੀਕਰਨ ਹੋ ਰਿਹਾ। ਜਿਵੇਂ ਆ ਹੁਣ ਮੰਡੀਕਰਨ ਦਾ ਆ ਗਿਆ ਜੀ, ਇੱਕ ਮੰਡੀ ਹੋਵੇ, ਭਾਸ਼ਾ ਵੀ ਇੱਕ ਹੋਵੇ, ਫਲਾਣਾ ਹੋਵੇ। ਇਹ ਜਦੋਂ ਇਸ ਕਿਸਮ ਦੇ ਸ਼ੋਰ ਸ਼ਰਾਬੇ ਚੱਲ ਰਹੇ ਨੇ ਤਾਂ ਸਾਨੂੰ ਵੀ ਕੌਨਸ਼ੀਅਸਲੀ ਇਹ ਨੁਆਂਸਸ ਜਿਹੜੇ ਨੇ ਸਮਝਣੇ ਚਾਹੀਦੇ ਨੇ ਸਿੱਖਾਂ ਨੂੰ, ਔਰ ਮਰਿਆਦਾ ਦੇ ਸਵਾਲ 'ਤੇ ਕੋਈ ਵਖਰੇਵਾਂ ਨਹੀਂ ਹੋਣਾ ਚਾਹੀਦਾ। ਇੱਕ ਕੇਂਦਰੀ ਮਰਿਆਦਾ, ਉਸ ਨੂੰ ਅਸੀਂ, ਸਾਡੀ ਕੋਸ਼ਿਸ਼ ਹੋਏਗੀ ਜੇ ਸੇਵਾ ਸਿੱਖ ਸੰਗਤਾਂ ਸਾਡੇ ਸਪੁਰਦ ਕਰਦੀਆਂ ਨੇ ਤਾਂ ਉਸ ਮਰਿਆਦਾ ਨੂੰ ਇਨ ਬਿਨ ਲਾਗੂ ਕਰਨ ਲਈ ਅਸੀਂ ਪ੍ਰੇਰਨਾ ਕਰਾਂਗੇ ਸਾਰੇ ਸਿੱਖ ਜਗਤ ਨੂੰ, ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ ਹੈ। ਤੁਹਾਡਾ ਧੰਨਵਾਦ ਜੀ, ਤੁਸੀਂ ਗੱਲਬਾਤ ਕੀਤੀ ਬੜੇ ਵਿਸਥਾਰ ਦੇ ਨਾਲ। ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਕਮੀਆਂ ਆਈਆਂ ਉਸ ਬਾਰੇ ਵੀ ਤੁਸੀਂ ਦੱਸਿਆ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਇਹ ਸਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਜੋ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਮੂਹਰੀ ਕਤਾਰ ਦੇ ਆਗੂ ਨੇ। ਇਹਨਾਂ ਦੇ ਵੱਲੋਂ ਹੁਣ ਯਤਨ ਆਰੰਭ ਦਿੱਤੇ ਗਏ ਨੇ ਤਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਦੇ ਦੌਰਾਨ ਜਿੱਤ ਹਾਸਲ ਕੀਤੀ ਜਾ ਸਕੇ। ਇਹਨਾਂ ਦਾ ਮੰਨਣਾ ਹੈ ਕਿ ਜੇਕਰ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਆਈ ਗਿਰਾਵਟ ਹੈ ਜਾਂ ਵਕਾਰ ਡਿੱਗਿਆ ਹੈ, ਉਸ ਨੂੰ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਕੈਮਰਾਮੈਨ ਜਤਿਨ ਦੇ ਨਾਲ ਰਣਦੀਪ ਸਿੰਘ, ਜਗਬਾਣੀ TV, ਮੋਹਾਲੀ।